हेलो स्टूडेंट्स, तुसी बेटा प्लस 2 च हो गए हो। ਆਪਾਂ प्लस 2 ਦਾ ਹੁਣ ਨਵਾਂ ਸਿਲੇਬਸ ਸ਼ੁਰੂ ਕਰਨ ਜਾ ਰਹੇ ਹਾਂ। ਆਪਣੇ प्लस 2 ਦਾ फर्स्ट यूनिट है इलेक्ट्रोस्टैटिक्स। इलेक्ट्रोस्टैटिक बेसिकली है कि चार्जेस बारे तुसी पढ़िया होया है। मैं एक डेली लाइफ ਦੀ एग्जांपल ਦੇ ਨਾਲ ਸ਼ੁਰੂ ਕਰ ਰਹੀ ਹਾਂ। ਤੁਹਾਨੂੰ ਜੋ ਤੁਸੀਂ ਸਿੰਥੈਟਿਕ ਕੱਪੜੇ ਪਾਏ ਹੁੰਦੇ ਆ ਉਹਨਾਂ ਨੂੰ ਉਤਾਰਦੇ ਹੋ ਤਾਂ थोड़ी स्किन नाल रब होके एक स्पार्क जी निकलती है, ठीक है। दैट इज ए चार्ज जे पर्टिकुलर इन ड्राई वैदर तुसी ये नोट किया होगा सिंथेटिक कपड़े नाल एक स्पार्क निकलती है, ठीक है। इस तरह ही ਤੁਹਾਨੂੰ कई बार किसी चीज ਨੂੰ ਜਿਵੇਂ ਬੱਸ ਦੀ ਰੋਡ ਨੂੰ ਜਾਂ ਕਿਸੇ ਹੋਰ ਚੀਜ਼ ਨੂੰ ਹੱਥ ਲਗਾਉਂਦੇ ਹੋ ਤਾਂ ਤੁਹਾਨੂੰ ਇੱਕ ਇਲੈਕਟ੍ਰਿਕ ਸ਼ੌਕ ਲੱਗਦਾ ਹੈ, ठीक है। ਇਸ ਦਾ ਰੀਜ਼ਨ ਕੀ ਹੈ? ਡਿਸਚਾਰਜ ਆਫ ਇਲੈਕਟ੍ਰਿਕ ਚਾਰਜ। इलैक्ट्रिक चार्ज जो अपनी बॉडी दे विच कम्यूलेट हो जाता है, इकट्ठा हो जाता है तो वह डिस्चार्ज हुंदा है, ठीक है। जो वो डिस्चार्ज हो रहा हुंदा है तो उदों स्पार्क प्रोड्यूस हुंदी है। इस तरह ही लाइटनिंग जिहड़ी हुंदी है वो लाइटनिंग भी इसे दी एग्जांपल है। ਤੁਸੀਂ ਛੋਟੀਆਂ ਕਲਾਸਾਂ 'ਚ ਪੜ੍ਹਿਆ ਜਦੋਂ ਗਲਾਸ ਰੋਡ ਨੂੰ ਆਪਾਂ ਸਿਲਕ ਦੇ ਪੀਸ ਨਾਲ ਰੱਬ ਕਰਦੇ ਆ ਤਾਂ ਰੋਡ ਦੇ ਵਿੱਚ ਇੱਕ ਪ੍ਰੋਪਰਟੀ ਆ ਜਾਂਦੀ ਹੈ ਵੀ ਉਹ ਛੋਟੇ ਛੋਟੇ ਟਾਈਨੀ ਪੇਪਰਸ ਦੇ ਪੀਸਿਸ ਨੂੰ ਉਹ ਅਟਰੈਕਟ ਕਰਨ ਲੱਗ ਜਾਂਦੀ ਹੈ, ਠੀਕ ਹੈ। ਦਿਸ ਇਜ਼ ਆਲਸੋ ਇਲੈਕਟ੍ਰੋਸਟੈਟਿਕਸ। ਇਲੈਕਟ੍ਰੋਸਟੈਟਿਕ ਐਕਚੁਅਲੀ ਮੀਨਿੰਗ ਕੀ ਹੈ ਉਹ ਮੈਂ ਤੁਹਾਨੂੰ ਅੱਗੇ ਜਾ ਕੇ ਦੱਸਦੀ ਹਾਂ। ਕਾਰ ਤੇ ਟਰੱਕਸ ਦਾ ਵੀ ਤੁਸੀਂ ਦੇਖਿਆ ਹੋਏਗਾ। ਕਾਰ ਤੇ ਟਰੱਕ ਦੇ ਵਿੱਚ ਇੱਕ ਫ੍ਰਿਕਸ਼ਨ ਪ੍ਰੋਡਿਊਸ ਹੁੰਦੀ ਹੈ। ਕਾਰ ਦੀ ਮੈਟਲ ਤੇ ਹਵਾ ਜਿਹੜੀ ਉਹਨੂੰ ਕ੍ਰਾਸ ਕਰ ਰਹੀ ਹੁੰਦੀ ਹੈ। ਉਸ ਫ੍ਰਿਕਸ਼ਨ ਕਰਕੇ ਮਤਲਬ ਉਹ ਡੇਂਜਰਸ ਵੀ ਹੋ ਸਕਦੀ ਹੈ ਕਿਉਂਕਿ ਕਾਰ ਦੇ ਵਿੱਚ ਪੈਟਰੋਲ ਟੈਂਕ ਹੁੰਦਾ ਹੈ ਤੇ ਉਸਨੂੰ ਉਹਦੇ ਕਰਕੇ ਉਹ ਜਿਹੜਾ ਹੈ ਸਪਾਰਕ ਪ੍ਰੋਡਿਊਸ ਹੁੰਦੀ ਹੈ ਉਹ ਡੇਂਜਰਸ ਵੀ ਹੋ ਸਕਦੀ ਹੈ। ਇਸੇ ਕਰਕੇ ਤੁਸੀਂ ਦੇਖਿਆ ਅੱਜ ਕੱਲ ਕਾਰ ਦੇ ਹੇਠਾਂ ਇੱਕ मोटी जी लोहे की चेन लगा दी जाती है जिहड़ी कि ग्राउंड नूं टच करती है, ठीक है। मतलब वो आपां जिहड़ा हैगा चार्ज प्रोड्यूस होई जांदा है वो आपां ग्राउंड दे विच पास थ्रू करी जा रहे हां, ठीक है। नाउ चार्ज एक्चुअली चार्ज की हुंदा है? पॉजिटिव चार्ज, नेगेटिव चार्ज, इस तरह तुसीं टर्म्स पढ़ियां होईयां ने। इलैक्ट्रिक चार्ज जिहड़ा हुंदा है फ्रिक्शन करके प्रोड्यूस हुंदा है। ਜਦੋਂ ਦੋ ਇਨਸੂਲੇਟਿੰਗ ਬੋਡੀਜ਼ ਦੇ ਵਿੱਚ ਫ੍ਰਿਕਸ਼ਨ ਪ੍ਰੋਡਿਊਸ ਹੁੰਦੀ ਹੈ। ਬੋਡੀਜ਼ ਦੇਖੋ ਆਪਣੇ ਆਪ ਮੂਵ ਨਹੀਂ ਕਰ ਸਕਦੀ, ਜਿਹੜਾ ਚਾਰਜ ਹੁੰਦਾ ਉਹ ਆਪਣੇ ਆਪ ਮੂਵ ਨਹੀਂ ਕਰ ਸਕਦਾ ਹੈਗਾ, ਠੀਕ ਹੈ। ਇਸੇ ਕਰਕੇ ਇਹਨੂੰ ਕਹਿੰਦੇ ਆ ਸਟੈਟਿਕ ਚਾਰਜ, ਚਾਰਜ ਐਟ ਰੈਸਟ। ਇਲੈਕਟ੍ਰੋਸਟੈਟਿਕ ਦਾ ਮੀਨਿੰਗ ਹੈ ਚਾਰਜ ਐਟ ਰੈਸਟ। ਜਦੋਂ ਚਾਰਜ ਐਟ ਰੈਸਟ ਆਪਾਂ ਉਹਨਾਂ ਦੀ ਪ੍ਰੋਪਰਟੀਜ਼ ਦੇਖਦੇ ਆ, ਚਾਰਜ प्रोड्यूस होंदा है, then that field is called electrostatics. Electric charge की है? It is a physical quantity due to which electrical and other relative effects are produced in the matter. ਹੁਣ ਤੁਹਾਨੂੰ ਅੱਗੇ ਦਿਖਾ ਰਹੇ ਹਾਂ ਆਪਾਂ ਬੱਚੇ frictional और static electrostatic। ਜਿਹੜੀ friction ਕਰਕੇ produce ਹੁੰਦੀ ਹੈ ਔਰ static at rest ਹੁੰਦੀ ਹੈ। The electricity so developed when we rub two bodies with each other called friction electricity। आपस दो bodies ਨੂੰ ਆਪਾਂ rub ਕਰਦੇ ਹਾਂ ਉਹਨਾਂ 'ਚ friction ਹੁੰਦੀ ਹੈ, then ਜਿਹੜੀ electricity produce ਹੁੰਦੀ ਹੈ that is frictional electricity, ਠੀਕ ਹੈ। rubbing ਕਰਨ ਦੇ ਨਾਲ ਕੀ ਹੁੰਦਾ ਹੈ? ਇੱਕ body ਦੇ ਵਿੱਚ ਚਾਰਜ ਆਪਾਂ ਹਲੇ ਪੋਜ਼ਿਟਿਵ ਨੈਗੇਟਿਵ ਦੀ ਡਿਟੇਲਸ ਜਾ ਕੇ ਬਾਅਦ ਚ ਗੱਲ ਕਰਦੇ ਆ। ਮਤਲਬ ਆਪੋਜ਼ਿਟ ਚਾਰਜ ਜਿਹੜੇ ਹੈਗੇ ਆ ਪ੍ਰੋਡਿਊਸ ਹੋ ਜਾਂਦੇ ਆ ਦੋਨੇ ਬੋਡੀਜ਼ ਦੇ ਵਿੱਚ, ਠੀਕ ਹੈ। ਇਹਦਾ ਰੀਜ਼ਨ ਹੁੰਦਾ ਲੋ ਵਰਕ ਫੰਕਸ਼ਨ। ਇੱਕ ਬੋਡੀ ਦੇ ਵਿੱਚ ਲੋ ਵਰਕ ਫੰਕਸ਼ਨ ਹੁੰਦਾ, ਵਰਕ ਫੰਕਸ਼ਨ ਹੁੰਦਾ ਜਿਹੜਾ ਇਲੈਕਟ੍ਰੋਨ ਨੂੰ ਇਜੈਕਟ ਕਰਦਾ ਹੈ, ਠੀਕ ਹੈ। ਜਿਹਦੇ ਵਿੱਚ ਲੋ ਵਰਕ ਫੰਕਸ਼ਨ ਹੋਏਗਾ ਨੈਚੁਰਲੀ ਉਹ ਇਲੈਕਟ੍ਰੋਨ ਲੂਜ਼ ਕਰੇਗਾ, ਠੀਕ ਹੈ। ਜਿਹਦੇ ਵਿੱਚ हाई वैल्यू ऑफ वर्क फंक्शन होएगी, दूसरी बॉडी जिस च हाई वैल्यू ऑफ वर्क फंक्शन होएगी वो इलेक्ट्रॉन गेन करेगा। ग्लास रोड ते सिल्क दी एग्जांपल ते आ जाओ। ਜਦੋਂ ਆਪਾਂ ਗਲਾਸ ਰੋਡ ਨੂੰ ਸਿਲਕ ਨਾਲ ਰਬ ਕਰਦੇ ਆ ਤਾਂ ਗਲਾਸ ਰੋਡ ਦੇ ਵਿੱਚ ਪੋਜ਼ਿਟਿਵ ਚਾਰਜ ਆਉਂਦਾ ਹੈ
ਐਂਡ ਸਿਲਕ ਦੇ ਵਿੱਚ ਨੈਗੇਟਿਵ ਚਾਰਜ ਆਉਂਦਾ ਹੈ। ਇਸ ਤਰ੍ਹਾਂ ਹੀ ਐਬੋਨਾਈਟ ਰੋਡ ਨੂੰ ਆਪਾਂ ਕੈਟ ਸਕਿਨ ਨਾਲ ਰਬ ਕਰਦੇ ਆ ਤਾਂ ਦੋਨਾਂ ਵਿੱਚ ਆਪੋਜ਼ਿਟ ਚਾਰਜ ਆ ਜਾਂਦੇ ਆ। ਹੁਣ ਦੇਖੋ ਗਲਾਸ ਰੋਡ 'ਚ ਵੀ ਪੋਜ਼ਿਟਿਵ ਚਾਰਜ ਹੈ, ਕੈਟ ਸਕਿਨ 'ਚ ਵੀ ਪੋਜ਼ਿਟਿਵ ਚਾਰਜ ਹੈ। ਹੁਣ ਇਹ ਲਾਈਕ ਚਾਰजेस ਹੈ। ਜੇ ਆਪਾਂ ਗਲਾਸ ਰੋਡ ਨੂੰ ਕੈਟ ਸਕਿਨ ਦੇ ਨੇੜੇ ਲੈ ਕੇ ਆਵਾਂਗੇ ਤਾਂ ਦੋਨੇ ਇੱਕ ਦੂਜੇ ਨੂੰ ਰਿਪੈਲ ਕਰਨਗੇ। ਠੀਕ ਹੈ, ਗਲਾਸ ਰੋਡ ਨੂੰ ਸਿਲਕ ਦੇ ਨੇੜੇ ਲੈ ਕੇ ਆਵਾਂਗੇ ਤਾਂ ਉਹ ਅਟਰੈਕਟ ਕਰਨਗੇ। ਠੀਕ ਹੈ, ਜਿਸ ਤਰ੍ਹਾਂ ਤੁਸੀਂ ਦੇਖਿਓ ਜੇ ਤੁਹਾਡੇ ਵਾਲ ਡਰਾਈ ਹੋਣ ਤਾਂ ਤੁਸੀਂ ਉਹਦੇ ਵਿੱਚ ਕੋਂਬ ਕਰੋ ਤਾਂ ਉਸ ਕੋਂਬ ਨਾਲ ਤੁਸੀਂ ਛੋਟੇ ਛੋਟੇ ਜਿਹੜੇ ਕਾਗਜ਼ ਦੇ ਟੁਕੜੇ ਆ ਉਹ ਅਟਰੈਕਟ ਕਰ ਸਕਦੇ ਹੋ। ਇਸ ਤਰ੍ਹਾਂ ਇਸ ਕੇਸ ਦੇ ਵਿੱਚ ਹੋਏਗਾ ਗਲਾਸ ਰੋਡ ਤੇ ਸਿਲਕ ਨੂੰ ਆਪਾਂ ਇਹਨਾਂ ਵਿੱਚ ਅਟਰੈਕਸ਼ਨ ਦੇਖ ਸਕਾਂਗੇ। ਬਟ ਜਦੋਂ ਸਿਲਕ ਤੇ ਐਬੋਨਾਈਟ ਰੋਡ ਨੂੰ ਆਪਾਂ ਆਪਸ ਨੇੜੇ ਲੈ ਕੇ ਆਵਾਂਗੇ ਤਾਂ ਇਹਨਾਂ ਵਿੱਚ ਰਿਪਲਸ਼ਨ ਹੋਏਗੀ। ਕਿਉਂ ਰਿਪਲਸ਼ਨ ਹੋਏਗੀ? ਕਿਉਂਕਿ ਇਹਨਾਂ ਦੋਨਾਂ ਦੇ ਵਿੱਚ ਨੈਗੇਟਿਵ ਚਾਰਜ ਪ੍ਰੋਡਿਊਸ ਹੋਇਆ। ਇਸ ਤਰ੍ਹਾਂ ਹੀ ਅਗਲੀ ਐਗਜ਼ਾਮਪਲ ਹੇਅਰ ਐਂਡ ਕੌਮ ਦੀ ਹੈ ਐਂਡ ਵੂਲਨ ਕਲੋਥ ਐਂਡ ਪਲਾਸਟਿਕ ਬੋਡੀ ਦੀ ਹੈ। ਇਲੈਕਟ੍ਰੋਨਸ, ਪ੍ਰੋਟੋਨਸ ਐਂਡ ਨਿਊਟਰੋਨਸ ਬਾਰੇ ਤੁਸੀਂ ਪੜ੍ਹ ਚੁੱਕੇ ਹੋ, ਉਹਨਾਂ ਦਾ ਮਾਸ, ਠੀਕ ਹੈ, ਉਹਨਾਂ ਤੇ ਕਿੰਨਾ ਚਾਰਜ ਹੁੰਦਾ ਹੈ ਤੇ ਇਸੇ ਕਰਕੇ ਇਹਨਾਂ ਦੇ ਮਾਸ ਕਰਕੇ ਹੀ ਪਾਰਟੀਕਲ ਜਿਹੜੇ ਹੈ ਅਟਰੈਕਟ ਕਰਦੇ ਆ ਐਂਡ ਗ੍ਰੈਵਿਟੇਸ਼ਨਲ ਫੋਰਸ ਹੁੰਦੀ ਹੈ। ਇਹ ਇਹਦੇ ਵਿੱਚ ਆਪਾਂ ਹਲੇ ਇੰਨੀ ਡਿਟੇਲ 'ਚ ਨਹੀਂ ਜਾਣਾ ਹੈਗਾ। ਜਿਹੜੀ ਇਲੈਕਟ੍ਰੋਨ ਦੀ ਐਡੀਸ਼ਨਲ ਪ੍ਰੋਪਰਟੀ ਹੁੰਦੀ ਹੈ ਜਿਸ ਕਰਕੇ ਇਹਨਾਂ ਦੇ ਵਿੱਚ ਇਲੈਕਟ੍ਰਿਕ ਫੋਰਸ ਹੁੰਦਾ ਹੈ, ਦੋ ਇਲੈਕਟ੍ਰੋਨਸ ਦੇ ਵਿੱਚ ਇਲੈਕਟ੍ਰਿਕ ਫੋਰਸ ਹੁੰਦਾ ਹੈ, that is called electric charge. ਹੁਣ ਚਾਰਜ ਪ੍ਰੋਡਿਊਸ ਕਰਨ ਦੇ ਵੀ ਅਲੱਗ-ਅਲੱਗ ਮੈਥਡ ਹੁੰਦੇ ਆ। ਠੀਕ ਹੈ, ਕਿਸੇ ਬਾਡੀ ਦੇ ਵਿੱਚ ਸਪੋਜ਼ ਕਰੋ ਆਪਾਂ ਚਾਰਜ ਪ੍ਰੋਡਿਊਸ ਕਰਨਾ ਹੈ ਤਾਂ ਉਸਦੇ 3 ਮੈਥਡਸ ਆਪਾਂ ਡਿਸਕਸ ਕਰਨੇ ਆ, ਬਾਈ ਰਬਿੰਗ ਔਰ ਬਾਈ ਫ੍ਰਿਕਸ਼ਨ, ਜਿਹੜਾ ਆਪਾਂ ਆਲਰੇਡੀ ਦੱਸ ਚੁੱਕੇ ਆ। ਸੈਕਿੰਡ ਹੈ ਬਾਈ ਕੰਡਕਸ਼ਨ, ਥਰਡ ਹੈ ਬਾਈ ਇਲੈਕਟ੍ਰੋਸਟੈਟਿਕ ਇੰਡਕਸ਼ਨ। ठीक है, फ्रिक्शन, कंडक्शन एंड इंडक्शन। रबिंग या फ्रिक्शन नाल the electricity so developed when we rub two bodies with each other called frictional electricity. ठीक है, after rubbing a body which loss electron having low work functional always get positive charge, the other which gain electron having high value of work function always get negative charge. ਜਿਹੜੀ ਬਾਡੀ ਦਾ ਵਰਕ ਫੰਕਸ਼ਨ ਘੱਟ ਹੁੰਦਾ ਉਹ ਹਮੇਸ਼ਾ ਇਲੈਕਟ੍ਰੋਨ ਨੂੰ ਲੂਜ਼ ਕਰਦੀ ਹੈ, ਜਿਹੜੀ ਬਾਡੀ ਦਾ ਵਰਕ ਫੰਕਸ਼ਨ ਜ਼ਿਆਦਾ ਹੁੰਦਾ ਉਹ ਹਮੇਸ਼ਾ ਇਲੈਕਟ੍ਰੋਨ ਨੂੰ ਗੇਨ ਕਰਦੀ ਹੈ। ਠੀਕ ਹੈ, ਕੰਡਕਸ਼ਨ ਦੇ ਵਿੱਚ ਜਦੋਂ ਦੋ ਬਾਡੀਜ਼ ਇਨ ਕੰਟੈਕਟ ਆਉਂਦੀਆਂ ਨੇ, ਠੀਕ ਹੈ, ਆਪਸ 'ਚ ਉਹ ਟੱਚ ਕਰਦੀਆਂ ਨੇ, ਜਦੋਂ ਚਾਰਜ ਬਾਡੀ ਅਨਚਾਰਜਡ ਬਾਡੀ ਨਾਲ ਕੰਟੈਕਟ ਦੇ ਵਿੱਚ ਆਉਂਦੀ ਹੈ ਦੈਨ ਬਾਈ ਕੰਡਕਸ਼ਨ ਜਿਹੜਾ ਹੈਗਾ ਚਾਰਜ ਫਲੋ ਹੁੰਦਾ। ਥਰਡ ਮੈਥਡ ਹੈ ਬਾਈ ਇਲੈਕਟ੍ਰੋਸਟੈਟਿਕ ਇੰਡਕਸ਼ਨ। ਇਹ ਮੈਥਡ ਜਿਹੜਾ ਹੈਗਾ ਬੜਾ ਇੰਪੋਰਟੈਂਟ ਹੈ, ਬੜਾ ਇੰਟਰਸਟਿੰਗ ਵੀ ਹੈ। ਇਸ ਦੇ ਲਈ ਤੁਹਾਨੂੰ ਡੈਫੀਨੇਸ਼ਨ ਦੱਸਣ ਤੋਂ ਪਹਿਲਾਂ ਆਪਾਂ ਡਾਇਗਰਾਮ ਵੱਲ ਆ ਜਾਓ। ਲੁੱਕ ਐਟ ਦਿਸ ਡਾਇਗਰਾਮ। ਆਪਣੇ ਕੋਲੇ ਇੱਕ ਇਨਸੂਲੇਟਿੰਗ ਮੈਟਰ ਕੋਲੇ ਇਨਸੂਲੇਟਿੰਗ ਸਟੈਂਡ ਹੈ ਇੱਕ, ਦਿਸ ਇਜ਼ ਇਨਸੂਲੇਟਿੰਗ ਸਟੈਂਡ, ਇਹਦੇ ਉੱਤੇ ਇੱਕ ਬੋਡੀ ਹੈਂਗ ਹੋ ਰਹੀ ਹੈ। ਠੀਕ ਹੈ, ਇਸ ਬੋਡੀ 'ਚ ਰੈਂਡਮਲੀ ਜਿਹੜੇ ਹੈਗੇ ਆ ਚਾਰਜ ਡਿਸਟ੍ਰੀਬਿਊਟ ਹੋਏ ਹੋਏ ਨੇ, ਪਲੱਸ ਮਾਈਨਸ। ਠੀਕ ਹੈ, ਮਤਲਬ ਇਹ ਨਿਊਟਰਲ ਹੈ, ਐਟ ਪ੍ਰੈਜ਼ੈਂਟ ਇਸ ਤੇ ਕੋਈ ਵੀ ਚਾਰਜ ਨਹੀਂ ਹੈਗਾ। ਠੀਕ ਹੈ, ਸੈਕਿੰਡ ਸਟੈਪ ਦੇ ਵਿੱਚ ਆਪਾਂ ਇੱਕ ਰੋਡ ਲੈ ਕੇ ਆਉਂਦੇ ਆ ਇਸ ਦੇ ਕੋਲੇ ਜਿਹੜੀ ਨੈਗੇਟਿਵਲੀ ਚਾਰਜਡ ਹੈ। ਠੀਕ ਹੈ, ਇਹ ਤੇ ਨੈਗੇਟਿਵ ਚਾਰਜ ਹੈ। ਜਦੋਂ ਇਸ ਨੈਗੇਟਿਵ ਚਾਰਜ ਵਾਲੀ ਰੋਡ ਨੂੰ ਆਪਾਂ ਇਸ ਬੋਡੀ ਦੇ ਕੋਲ ਲੈ ਕੇ ਆਵਾਂਗੇ ਤਾਂ ਨੈਚੁਰਲੀ ਤੁਹਾਨੂੰ ਦੱਸਿਆ ਮਾਈਨਸ ਪਲੱਸ ਅਟਰੈਕਟ ਕਰਦੇ ਆ, ਮਾਈਨਸ ਮਾਈਨਸ ਜਾਂ ਪਲੱਸ ਪਲੱਸ ਰਿਪੈਲ ਕਰਦੇ ਆ। ਠੀਕ ਹੈ, ਇਹ ਮਾਈਨਸ ਚਾਰਜ ਜਿਹੜਾ ਹੈਗਾ ਰੋਡ ਵਾਲਾ ਮਾਈਨਸ ਚਾਰਜ ਕੀ ਕਰੇਗਾ, ਇਸ ਬੋਡੀ ਤੇ ਜਿਹੜੇ ਪਲੱਸ ਚਾਰਜ ਸੀਗੇ, ਪੋਜ਼ਿਟਿਵ ਚਾਰਜ ਸੀਗੇ, ਰੈਂਡਮਲੀ ਡਿਸਟ੍ਰੀਬਿਊਟ ਹੋਏ ਹੋਏ ਸੀ, ਖਿੰਡੇ ਪੁੰਡੇ ਸੀਗੇ ਇਸसे, ਉਹ ਸਾਰੇ ਇੱਕ ਸਾਈਡ ਤੇ ਆਪਣੇ ਵੱਲ ਅਟਰੈਕਟ ਕਰ ਲੇਗਾ। ਠੀਕ ਹੈ, ਮਤਲਬ ਇਹ ਸਾਰੇ ਜਿਹੜੇ ਹੈਗੇ ਆ ਪਲੱਸ ਚਾਰਜ ਰੋਡ ਦੇ ਨੇੜੇ ਨੂੰ ਆ ਜਾਣਗੇ। ਠੀਕ ਹੈ, ਪਲੱਸ ਚਾਰਜ ਨੇੜੇ ਆ ਗਏ ਇਹਦਾ ਮਤਲਬ
एक दूसरी साइड नेगेटिव चार्ज रह गए। ठीक है, उस तो बाद आपां की करांगे, यह नेगेटिव चार्ज नू थर्ड स्टैप दे विच आपां अर्थ कर देंगे। ठीक है, अर्थ करके आपां यह नेगेटिव चार्ज ग्राउंडेड करते। नाउ की हो गया, हुण ये बॉडी भी चार्ज हो गई, जिहड़ी आपां कह रहे सी न्यूट्रल बॉडी है वो बाय इंडक्शन चार्ज होगी। ठीक है, इतने क्योंकि ओनली प्लस चार्ज रह गया, मतलब इस नेगेटिव रॉड ने इस बॉडी नू प्लस चार्ज देता। ठीक है, हुण जदों आपां ये रॉड इहदे कोलों हटा लांगे, आ देखो इस केस दे विच दैन ये प्लस चार्ज जिहड़े हैगे फिर डिस्ट्रीब्यूट हो जाणगे पूरी इहदी सरफेस दे विच। ठीक है, हुण आपां कहांगे दिस बॉडी इज पॉजिटिवली चार्ज्ड। ठीक है, now this is induction, the phenomenon of redistribution of charge in body when it is placed in the external electric field। ਆਪਾਂ ਜਿਹੜੀ ਰੋਡ ਲੈ ਕੇ ਆਏ ਸੀ that is external electric field, ਇਸ ਨੂੰ ਆਪਾਂ ਕਹਿੰਦੇ ਆ induction। ठीक है, रीडिस्ट्रीब्यूशन हुई चार्ज दी ऑन द बॉडी। ठीक है, किस करके हुई, क्योंकि आपां एक्सटर्नल इलैक्ट्रिक फील्ड ओदे कोल लेके आए इन फॉर्म ऑफ रॉड जिहड़ी कि नेगेटिवली चार्ज सीगी। ठीक है, उसने उस दूसरी न्यूट्रल बॉडी नू भी चार्ज करता। ठीक है, इस तरह ही पहला तो हुण आपां इस ते नेगेटिवली रॉड लेके आए सीगे, आप इस ते पॉजिटिवली चार्ज रोड भी लेके आ सकते हैं। ठीक है, पॉजिटिव चार्ज इत्थे रोड लेके आवांगे, नैचुरली इधर नेगेटिव सारे इकट्ठे हो जाएंगे। ठीक है, नेगेटिव इकट्ठे हो जाएंगे तो ये नेगेटिवली चार्ज हो जाएगी बॉडी, राइट। हाँ जी, हुण अगे है एप्लीकेशंस ऑफ इलैक्ट्रोस्टैटिक्स। एप्लीकेशन ऑफ इलैक्ट्रोस्टैटिक्स बहुत प्रैक्टिकल तुहानू दस ही दित्तियां मैं। ठीक है, उस तो इलावा वैन डी ग्राफ जनरेटर हुंदा है। वैन डी ग्राफ जनरेटर विच यह इलैक्ट्रोस्टैटिक फिनोमिना ही यूज हुंदा है। यह वैन डी ग्राफ जनरेटर हाई इलैक्ट्रिक पोटेंशियल सोर्स हुंदा है। हाई इलैक्ट्रिक पोटेंशियल सोर्स हुंदा है, मतलब आपां इन्ना ज्यादा पोटेंशियल इहदे नाल क्रिएट कर सकते हैं, V दी वैल्यू आपां इंक्रीज कर सकते हैं। इस तरह ही इन डिजाइनिंग ऑफ कैथोड रे ट्यूब। ठीक है, कैथोड रे ट्यूब बनाने दे विच इलैक्ट्रोस्टैटिक्स ही यूज हुंदी है। कैपेसिटर बनाने दे विच, कंडेंसर बनाने दे विच इलैक्ट्रोस्टैटिक्स बहुत इंपॉर्टेंट है। पोल्यूशन भी ईवन आपां कंट्रोल कर सकते हैं। एक फ्लाई ऐश नाल आपां इलैक्ट्रोस्टैटिक दा फिनोमिना यूज करके पोल्यूशन कंट्रोल कर सकते हैं। स्प्रे पेंटिंग तुसी सुनिया होणगियां, पेंटिंग्स हुंदियां स्प्रे करके, एंड कोटिंग्स हुंदियां पाउडर नाल कोटिंग्स हुंदियां, किसी सरफेस दे उत्ते आपां दूसरी कोटिंग करनी है, ओह भी इसे प्रिंसीपल ते बेस है इलैक्ट्रोस्टैटिक नाल। पाउडर जिहड़ा हैगा स्टैटिक चार्जेस करके उते जम जांदा है, अट्रैक्ट हो जांदा है। ठीक है, इस तो इलावा इलैक्ट्रोस्टैटिक शील्ड, सेंसिटिव इंस्ट्रूमेंट नूं आपां थोड़ा प्रोटैक्ट करन लई एक शील्ड लगाई जांदी है, वो भी इलैक्ट्रोस्टैटिक फिनोमिना ते डिपेंड करती है। तुहानूं पहलां दस्सिआ लाइटनिंग थंडरस्टॉर्म जिहड़ा हैगा वो भी इलैक्ट्रोस्टैटिक दी एप्लीकेशन है। फ्लावर दी रीप्रोडक्शन, फ्लावर दे विच जिहड़ी रीप्रोडक्शन पूरा फिनोमिना है, ठीक है, वो भी ड्यू टू इलैक्ट्रोस्टैटिक हुंदा। परागकण जिहड़े हैगे आ वो स्टैटिक चार्ज करके ही अट्रैक्ट हुंदे आ। ये हो गई एप्लीकेशंस। नैक्सट है प्रॉपर्टीज ऑफ चार्जेस। चार्जेस ਦੀ ਕੀ ਖਾਸੀਅਤ ਹੁੰਦੀ ਹੈ, ਕੀ ਆਪਾਂ ਇਸ ਸਪੈਸ਼ਲਿਟੀ ਦੇਖਦੇ ਹਾਂ। ਤੁਹਾਨੂੰ ਪਹਿਲਾਂ ਦੱਸਿਆ ਜਿਹੜੀ ਪਲੱਸ ਚਾਰਜ ਆਪਸ ਚ ਰਿਪੈਲ ਕਰਦੇ ਆ। प्लस मतलब लाइक चार्जेस हो गए, सेम चार्जेस हो गए, सेम चार्जेस एक दूजे ਨੂੰ ਪਰਾਂ ਧੱਕਦੇ ਆ। एंड अनलाइक चार्जेस अट्रैक्ट करते हैं, मतलब प्लस ਜਿਹੜਾ ਹੈਗਾ माइनस ਨੂੰ अट्रैक्ट करेगा, या माइनस ਜਿਹੜਾ ਹੈਗਾ प्लस ਨੂੰ अट्रैक्ट करेगा। पॉजिटिव नेगेटिव ਨੂੰ अट्रैक्ट करेगा, नेगेटिव पॉजिटिव ਨੂੰ अट्रैक्ट करेगा, बट लाइक पॉजिटिव चार्ज ਨੂੰ रिपेल करेगा, नेगेटिव चार्ज ਨੂੰ रिपेल करेगा। ठीक है, दिस इज इट्स फर्स्ट प्रॉपर्टी ऑफ चार्ज। सेकंड प्रॉपर्टी है कंजर्वेशन नेचर ऑफ चार्ज। कंजर्वेशन मतलब जिवें तुसीं पढ़िया कंजर्वेशन ऑफ एनर्जी, इस तरह ही चार्ज भी कंजर्व रहते हैं। कंजर्व रहते हैं मतलब
ਚਾਰਜ ਨੂੰ ਆਪਣਾ ਆਪਾਂ ਕ੍ਰੀਏਟ ਕਰ ਸਕਦੇ ਹਾਂ, ਨਾ ਆਪਾਂ ਚਾਰਜ ਨੂੰ ਡਿਸਟਰੋਏ ਕਰ ਸਕਦੇ ਹਾਂ। ਨਾ ਤਾਂ ਆਪਣੇ ਵੱਲੋਂ ਆਪਾਂ ਕਿਸੇ ਚੀਜ਼ ਨੂੰ ਚਾਰਜ ਦੇ ਸਕਦੇ ਹਾਂ ਨਵਾਂ ਪੈਦਾ ਕਰਕੇ, ਠੀਕ ਹੈ। ਇੱਕ ਬੋਡੀ ਤੋਂ ਦੂਸਰੀ ਬੋਡੀ ਨੂੰ ਆਪਾਂ ਟ੍ਰਾਂਸਫਰ ਕੀਤਾ ਹੈ, ਠੀਕ ਹੈ। ਉੱਪਰ ਤੁਸੀਂ ਇਹ ਡਾਇਗਰਾਮ ਦੇ ਕੇਸ 'ਚ ਵੀ ਦੇਖਿਆ ਸੀ, ਆਪਾਂ ਜਸਟ ਟ੍ਰਾਂਸਫਰ ਕੀਤਾ ਹੈ, ਆਪਾਂ ਬਾਹਰੋਂ ਲਿਆ ਕੇ ਚਾਰਜ ਕੋਈ ਵੀ ਨਹੀਂ ਪਾਇਆ ਹੈਗਾ, ਠੀਕ ਹੈ। ਨਾ ਆਪਾਂ ਹੋਰ ਪਾ ਸਕਦੇ ਹਾਂ, ਨਾ ਆਪਾਂ ਚਾਰਜ ਨੂੰ ਡਿਸਟਰੋਏ ਕਰ ਸਕਦੇ ਹਾਂ, ਠੀਕ ਹੈ। ਦਿਸ ਇਜ਼ ਕੰਜ਼ਰਵੇਸ਼ਨ ਨੇਚਰ ਆਫ ਚਾਰਜ। ਇਸ ਇਕੁਏਸ਼ਨ ਦੇ ਵਿੱਚ ਐਗਜ਼ਾਮਪਲ ਦੇਖੋ, 1s2 plus 1s2, ਜੇ ਆਪਾਂ ਇਹਨਾਂ ਨੂੰ ਦੋਨਾਂ ਨੂੰ ਕੰਬਾਈਨ ਕਰਦੇ ਹਾਂ ਤਾਂ ਆਪਣੇ ਕੋਲ ਕੀ ਮਿਲਦਾ ਹੈ, ਹੀਲੀਅਮ ਮਿਲਦਾ ਹੈ 2 ਹਾਈਡਰੋਜਨ ਨਾਲ, 2 ਹੀਲੀਅਮ 4। ਇਸ 'ਚ ਇਨੀਸ਼ੀਅਲ ਚਾਰਜ ਕਿੰਨਾ ਸੀ ਹਾਈਡਰੋਜਨ ਤੇ, ਇਸ ਹਾਈਡਰੋਜਨ ਤੇ ਇਨੀਸ਼ੀਅਲ ਚਾਰਜ ਸੀਗਾ 1 ਐਂਡ ਇਸ ਹਾਈਡਰੋਜਨ ਤੇ ਵੀ ਇਨੀਸ਼ੀਅਲ ਚਾਰਜ ਸੀਗਾ 1। ਜਦੋਂ ਆਪਾਂ ਦੋ ਕੰਬਾਈਨ ਕੀਤਾ ਤਾਂ ਇਹ 1 + 1 2 ਹੋ ਗਿਆ। ਕੰਬਾਈਨ ਕਰਕੇ ਜੋ ਆਪਣੇ ਕੋਲ ਹੀਲੀਅਮ ਪ੍ਰੋਡਕਟ ਬਣਿਆ ਉਹਦੇ ਉੱਤੇ ਵੀ ਫਾਈਨਲ ਚਾਰਜ ਕਿੰਨਾ ਹੈ 2, ਮਤਲਬ ਪਹਿਲਾਂ ਵੀ 2 ਸੀਗਾ, ਹੁਣ ਵੀ 2 ਹੈ, ਠੀਕ ਹੈ। ਇਹ ਹੋ ਗਿਆ ਕੰਜ਼ਰਵ ਚਾਰजेस, ਕੰਜ਼ਰਵਡ। ਇਸ ਤਰ੍ਹਾਂ ਹੀ ਤੁਹਾਨੂੰ ਦੱਸਿਆ ਗਲਾਸ ਰੋਡ ਨੂੰ ਜਦੋਂ ਆਪਾਂ ਸਿਲਕ ਨਾਲ ਰਬ ਕਰਦੇ ਹਾਂ ਤਾਂ ਰੀਡਿਸਟ੍ਰੀਬਿਊਸ਼ਨ ਹੁੰਦਾ, ਠੀਕ ਹੈ। ਚਾਰਜ ਨਾ ਗਲਾਸ ਰੋਡ ਦਾ ਖਤਮ ਹੋਇਆ, ਨਾ ਸਿਲਕ ਦਾ ਖਤਮ ਹੋਇਆ, ਕਲੋਥ ਦੇ ਵੀ ਉਨਾ ਹੀ ਚਾਰਜ ਹੈ, ਬਸ ਆਪਸ ਦੇ ਵਿੱਚ ਉਹਨਾਂ ਨੇ ਐਕਸਚੇਂਜ ਕਰ ਲਿਆ, ਠੀਕ ਹੈ। ਬਟ ਟੋਟਲ ਚਾਰਜ ਜੇ ਆਪਾਂ ਐਜ਼ ਏ ਸਿਸਟਮ ਗੱਲ ਕਰੀਏ ਰੋਡ ਤੇ ਸਿਲਕ ਦੀ, ਦੋ ਚੀਜ਼ਾਂ ਇੱਕ ਸਿਸਟਮ ਹੈ, ਇੱਕ ਸਿਸਟਮ ਦੇ ਵਿੱਚ ਜਿਹੜਾ ਚਾਰਜ ਹੈ ਉਹ ਕੰਜ਼ਰਵ ਹੋਇਆ। ਥਰਡ ਐਗਜ਼ਾਮਪਲ ਹੈ ਪੇਅਰ ਪ੍ਰੋਡਕਸ਼ਨ। ਪੇਅਰ ਪ੍ਰੋਡਕਸ਼ਨ ਦੇ ਵਿੱਚ ਇਲੈਕਟ੍ਰੋਨ ਐਂਡ ਪੋਜ਼ਿਟਰੋਨ, ठीक है, दिस इज इलेक्ट्रॉन, दिस इज पॉजिट्रॉन, ठीक है। इलेक्ट्रॉन ते नेगेटिव चार्ज है ते पॉजिट्रॉन ते पॉजिटिव चार्ज है। ਇਹ ਮਿਲ ਕੇ ਕੀ ਬਣਾਉਂਦੇ ਆ, ਇੱਕ ਪੇਅਰ ਪ੍ਰੋਡਕਸ਼ਨ ਬਣਾਉਂਦੇ ਆ ਗਾਮਾ ਰੇ, ਠੀਕ ਹੈ। gamma ray photon materializes into an electron and positron, total charge ਇਹਨਾਂ ਦੇ ਉੱਤੇ 0 ਹੁੰਦਾ। ਗਾਮਾ ਰੇ ਦੇ ਚਾਹੇ ਆਪਾਂ ਗਾਮਾ ਰੇ ਨੂੰ ਸਪਲਿਟ ਕਰ ਦਈਏ, ਠੀਕ ਹੈ, ਦੋਨੇ ਵਾਈਸ ਵਰਸਾ ਮੈਂ ਤੁਹਾਨੂੰ ਸਮਝਾ ਰਹੀ ਹਾਂ, ਠੀਕ ਹੈ। ਆਪਾਂ ਪੋਜ਼ਿਟਰੋਨ ਤੇ ਇਲੈਕਟ੍ਰੋਨ ਨਾਲ ਗਾਮਾ ਰੇ ਪ੍ਰੋਡਿਊਸ ਕਰ ਸਕਦੇ ਹਾਂ, ਜਾਂ ਗਾਮਾ ਰੇ ਨੂੰ ਆਪਾਂ ਸਪਲਿਟ ਕਰ ਸਕਦੇ ਹਾਂ, ਤੋੜ ਸਕਦੇ ਹਾਂ ਪੋਜ਼ਿਟਰੋਨ ਐਂਡ ਇਲੈਕਟ੍ਰੋਨ ਦੇ ਵਿੱਚ। ਹੁਣ ਗਾਮਾ ਰੇ ਦੇ ਵਿੱਚ ਚਾਰਜ ਕਿੰਨਾ 0, ਠੀਕ ਹੈ। ਇਲੈਕਟ੍ਰੋਨ ਦੇ ਵਿੱਚ +1, -1 ਪੋਜ਼ਿਟਰੋਨ ਚ +1 ਤੇ +1 ਐਂਡ -1 ਕਿੰਨਾ ਹੋਇਆ, ਫਾਈਨਲ ਚਾਰਜ 0, ਠੀਕ ਹੈ। means charge initial ਵੀ 0 ਸੀਗਾ, final ਵੀ 0 ਸੀਗਾ। this is conservation of charge। ਇਹ ਹੋਗੀ ਤੁਹਾਡੀ conservation of charge ਵਾਲੀ property। आगे है quantization of electric charge। quantization of charge, ਇਹ property ਬੇਟਾ ਇਹ property ਦੇ ਕਰਕੇ charge on a body is integral multiple of a basic unit of charge of an electron or proton। ਜਦੋਂ ਕਿਸੇ body ਤੋਂ charge ਜਾਂਦਾ ਹੈ ਤਾਂ ਉਹ ਇਸ ਤਰ੍ਹਾਂ ਨਹੀਂ ਜਾਏਗਾ ਕਿ fraction ਦੇ ਵਿੱਚ ਜਾਏਗਾ, ਠੀਕ ਹੈ। means charge ਗਿਆ ਤਾਂ ਉਹ ਇੰਟੀਗਰਲ ਮਲਟੀਪਲ ਹੋਏਗਾ, ਮਤਲਬ n ਜਿਹੜਾ ਹੈਗਾ ਜਾਂ ਤਾਂ 0 ਹੋਏਗਾ, 1 ਹੋਏਗਾ, 2 ਹੋਏਗਾ, 3 ਹੋਏਗਾ, 4 ਐਂਡ ਸੋ ਔਨ। ਮਤਲਬ ਇਸ ਤਰ੍ਹਾਂ ਨਹੀਂ ਹੋਏਗਾ ਕਿ n ਜਿਹੜਾ ਹੈਗਾ 1 and half ਜਾਂ 2 and half, ਠੀਕ ਹੈ, 1 ਜਾਂ 1 and 1/3 ਜਾਂ only 2/5, ਠੀਕ ਹੈ। ਇਸ ਤਰ੍ਹਾਂ ਮਤਲਬ ਫ੍ਰੈਕਸ਼ਨ ਦੇ ਰੂਪ ਦੇ ਵਿੱਚ ਜਿਹੜਾ ਹੈਗਾ ਇਲੈਕਟ੍ਰੋਨ ਕਦੇ ਵੀ ਟ੍ਰਾਂਸਫਰ ਨਹੀਂ ਹੁੰਦੇ ਹੈਗੇ, ਠੀਕ ਹੈ। ਇਹ ਹਮੇਸ਼ਾ ਇੰਟੀਗਰਲ ਮਲਟੀਪਲ ਹੁੰਦੇ ਆ। ਨਾ Q ਕੀ ਹੈ, Q ਟੋਟਲ ਚਾਰਜ ਹੈ, N ਇੰਟੀਗਰਲ ਮਲਟੀਪਲ ਹੈ, E ਜਿਹੜਾ ਹੈਗਾ ਚਾਰਜ ਔਨ ਇਲੈਕਟ੍ਰੋਨ ਹੈ। ਚਾਰਜ ਔਨ ਇਲੈਕਟ੍ਰੋਨ ਦੀ ਵੈਲਿਊ ਹੁੰਦੀ ਹੈ 1.6 × 10⁻⁻19 ਕੂਲਮ। ਨਾ ਕੂਲਮ ਦੀ ਡੈਫੀਨੇਸ਼ਨ ਵੀ ਅੱਗੇ ਜਾ ਕੇ ਪੜਾਂਗੇ, ਚਾਰਜ ਨੂੰ ਆਪਾਂ ਕੂਲਮ ਚ ਮੇਜ਼ਰ ਕਰਦੇ ਹਾਂ। what is ਕੂਲਮ, ਇਹ ਆਪਾਂ ਨੈਕਸਟ ਕਰਾਂਗੇ, ਠੀਕ ਹੈ। ਕੁਆਂਟਾਈਜੇਸ਼ਨ ਆਫ ਚਾਰਜ ਜਿਹੜਾ ਹੈਗਾ
ਇਹਦੀ ਡੈਫੀਨੇਸ਼ਨ ਇਹੀ ਹੈ, ਓਨਲੀ ਇੰਟੀਗਰਲ ਨੰਬਰ ਆਫ ਇਲੈਕਟ੍ਰॉन्स कैन बी ट्रांसफर्ड फ्रॉम वन बॉडी टू अनदर बॉडी, चाहे ਆਪਾਂ ਰਬਿੰਗ ਕਰਕੇ ਕਰ ਰਹੇ ਹਾਂ ਚਾहे इंडक्शन करके कर रहे हैं, बट या तो मतलब 2 इलेक्ट्रॉन ट्रांसफर हो रहे हैं, दैट मीनस 2 इंटू 1.6 इंटू 10⁻⁻19 कूलम चार्ज ਜਿਹੜਾ ਹੈਗਾ शिफ्ट ਹੋਇਆ। ठीक है, 3 इलेक्ट्रॉन शिफ्ट हो रहे हैं, मतलब ਆਪਾਂ ਇਲੈਕਟ੍ਰੋਨ ਦੇ ਚਾਰਜ ਨੂੰ 3 ਨਾਲ ਮਲਟੀਪਲਾਈ ਕਰ ਦਾਂਗੇ। ਕਿਸੇ ਵੀ ਤਰ੍ਹਾਂ ਆਪਾਂ ਮਤਲਬ ਇਹ ਨਹੀਂ ਕਹਿ ਸਕਦੇ ਹੈਗੇ ਵੀ ਆਪਾਂ 1/2 ਨਾਲ ਮਲਟੀਪਲਾਈ ਕਰਾਂਗੇ ਜਾਂ 3/2 ਨਾਲ ਮਲਟੀਪਲਾਈ ਕਰਾਂਗੇ, नो नेवर। नेक्स्ट प्रॉपर्टी है इनवेरिएंस ऑफ इलेक्ट्रिक चार्ज। इनवेरिएंस ऑफ इलेक्ट्रिक चार्ज, invariance of electric charge means total charge is independent of frame of reference। स्पीड कितनी बॉडी ਦੀ स्पीड है, ठीक है, किस फ्रेम ਦੇ ਵਿੱਚ ਜਿਹੜੀ ਹੈਗੀ ਹੈ ਬॉडी स्पीड ਦੇ ਵਿੱਚ मूव कर रही है, ਇਸ ਗੱਲ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਹੈਗਾ। ਇਲੈਕਟ੍ਰਿਕ ਚਾਰਜ ਬॉडी ਦੇ ਉੱਤੇ ਕਿੰਨਾ ਟੋਟਲ ਚਾਰਜ ਹੈ, ਨਾ ਫਰੇਮ ਆਫ ਰੈਫਰੈਂਸ ਤੇ ਡਿਪੈਂਡ ਕਰਦਾ, ਨਾ ਉਹਦੀ स्पीड ऑफ बॉडी ਤੇ ਡਿਪੈਂਡ ਕਰਦਾ। ठीक है, नेक्स्ट प्रॉपर्टी है चार्जेस आर एडिटिव इन नेचर। मीन चार्ज ਜਿਹੜੇ ਹੈਗੇ ਆ ਸਿੰਪਲੀ ਆਪਾਂ ਜਿਵੇਂ ਐਡੀਸ਼ਨ ਕਰਦੇ ਹੁੰਦੇ ਆ, ਅਲਜੈਬਰਿਕ ਸਮ ਕਰਦੇ ਹੁੰਦੇ ਆ, ਕਿਸੇ ਵੀ ਦੋ ਕੁਆਂਟੀਟੀਜ਼ ਦਾ ਆਪਾਂ ਅਲਜੈਬਰਿਕ ਸਮ ਕਰਦੇ ਆ, ਚਾਰजेस ਦਾ ਵੀ ਉਵੇਂ ਹੀ ਟੋਟਲ ਹੁੰਦਾ। ਪਹਿਲਾ ਚਾਰਜ ਉਹਦੀ ਵੈਲਿਊ ਪਲੱਸ ਦੂਸਰਾ ਚਾਰਜ ਉਹਦੀ ਵੈਲਿਊ, ਸਿੰਪਲੀ ਪਲੱਸ ਕਰਨਾ ਉਹਨਾਂ ਨੂੰ। ਠੀਕ ਹੈ, ਇਹਨਾਂ ਨੂੰ ਆਪਾਂ ਚਾਰजेस ਨੂੰ ਜੇ ਟੋਟਲ ਚਾਰजेस ਕੱਢਣਾ ਹੋਵੇ ਆਪਾਂ ਇਹਨਾਂ ਨੂੰ ਚਾਰਜ ਕਰਕੇ ਹੀ ਕੱਢਾਂਗੇ। ਜਿਵੇਂ ਸਪੋਜ਼ ਕਰ ਲਓ ਇੱਕ ਪਹਿਲੀ ਬॉडी ਤੇ Q1 ਚਾਰਜ ਹੈ, ਦੂਸਰੀ ਤੇ Q2 ਹੈ, ਤੀਸਰੀ ਤੇ Q3 ਹੈ। ਜੇ ਇਹਨੂੰ ਆਪਾਂ ਐਜ਼ ਅ ਸਿਸਟਮ ਲੈਣੇ ਆ ਤਿੰਨੇ ਬॉडीज ਨੂੰ, ਤਾਂ ਆਪਾਂ ਕਵਾਂਗੇ ਪੂਰੇ ਸਿਸਟਮ ਤੇ ਚਾਰਜ ਹੈਗਾ Q1 plus Q2 plus Q3। ਹਾਂਜੀ, ਅੱਜ ਬੱਚੋ ਆਪਾਂ ਪੜਿਆ what is charge, ठीक है, what is electrostatics ਦਾ meaning। electrostatics as a word ਇਹਦਾ meaning ਕੀ ਹੈ, frictional electricity and electricity charge produce ਕਰਨ ਦੇ method, friction ਨਾਲ, conduction ਨਾਲ ਜਾਂ induction ਨਾਲ। ठीक है, and properties of charges। properties of charges ਤੋਂ ਪਹਿਲਾਂ ਸੀਗਾ like charges repel and unlike charges attract। second ਸੀਗੀ conservation nature of charge। third ਸੀਗੀ ਆਪਣੀ pair production। ठीक है, quantization nature of charge, then invariance of electric charge, and last charges are additive in nature। ਅੱਜ ਆਪਾਂ ਬੱਚੇ ਬਹੁਤ ਛੋਟਾ ਟੌਪਿਕ ਕੀਤਾ ਇਹ, ਕਿਉਂਕਿ ਤੁਹਾਡਾ ਫਰਸਟ ਡੇ ਹੈ, ਤੁਸੀਂ ਇਹਨੂੰ ਚੰਗੀ ਤਰ੍ਹਾਂ ਪੜ੍ਹਨਾ ਹੈ। ਜੇ ਕੋਈ ਕੁਐਸਚਨ ਹੈ, ਜੇ ਕੁਝ ਨਹੀਂ ਸਮਝ ਹੈਗਾ, ਮੈਨੂੰ ਫਰੈਂਕਲੀ ਤੁਸੀਂ ਪੁੱਛ ਸਕਦੇ ਹੋ। ਥੈਂਕ ਯੂ ਬੇਟਾ ਐਂਡ ਟੇਕ ਕੇਅਰ।